डिफरेंट कैटेगरीज जिन्हां दे उपर तुसी कैनेडा दे विच वर्क परमिट ते आ सकते हो बट यू डोंट नीड एन LMIA। ਤੁਹਾਨੂੰ LMIA ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਸੋ ਵਨ ਆਫ them ਇਜ਼ ਸੈਲਫ ਇੰਪਲੋਇਡ ਕੈਟਾਗਰੀ। ਸੋ ਸੈਲਫ ਇੰਪਲੋਇਡ ਕੈਟਾਗਰੀ ਉਦਾਂ ਦੀ ਕੈਟਾਗਰੀ ਹੈ ਜਿਹਦੇ ਵਿੱਚ ਕਿ ਤੁਸੀਂ ਵਰਲਡ ਲੈਵਲ ਦੀਆਂ ਅਚੀਵਮੈਂਟਸ ਕੀਤੀਆਂ ਹੋਣ, ਤੁਸੀਂ ਆਪਣੀ ਕੰਟਰੀ ਦੀ ਇਕੋਨਮੀ ਦੇ ਵਿੱਚ ਕੰਟਰੀਬਿਊਟ ਕੀਤਾ ਹੋਵੇ, ਤੁਸੀਂ ਅਵਾਰਡਸ ਵਿਨ ਕੀਤੇ ਹੋਣ, ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਦੇ ਉੱਪਰ ਤੁਸੀਂ ਪਰਫਾਰਮ ਕੀਤਾ ਹੋਵੇ। ਸੋ ਤੁਹਾਡੇ ਕੋਲ ਇੰਨੀਆਂ ਸਕਿੱਲਸ ਹੋਣੀਆਂ ਚਾਹੀਦੀਆਂ ਨੇ ਕਿ ਤੁਸੀਂ ਇਨ ਕੇਸ ਅਗਰ ਕੈਨੇਡਾ ਦੇ ਵਿੱਚ ਆਉਂਦੇ ਹੋ ਤਾਂ ਤੁਸੀਂ ਇੱਥੋਂ ਦੇ ਜਿਹੜੇ ਵੀ ਅਨਇੰਪਲੋਇਡ ਜਾਂ ਅਨਸਕਿਲਡ ਵਰਕਰਸ ਹਨ ਉਹਨਾਂ ਨੂੰ ਤੁਸੀਂ ਸਕਿੱਲ ਟ੍ਰਾਂਸਫਰ ਕਿਸ ਤਰ੍ਹਾਂ ਕਰੋਗੇ। ਸੋ ਸੈਲਫ ਇੰਪਲੋਇਡ ਕੈਟਾਗਰੀ ਦੀ ਜਿਹੜੀ ਰਿਕੁਆਇਰਮੈਂਟ ਹੈ ਇਹਦੇ ਵਿੱਚ ਤੁਹਾਨੂੰ ਇਟਸ ਅ ਫੈਡਰਲ ਕੈਟਾਗਰੀ। ਸੋ ਇਹਦੇ ਵਿੱਚ ਤੁਹਾਨੂੰ ਇੰਨੇ ਹਾਇਰ ਸਕੋਰਿੰਗ ਦੀ ਰਿਕੁਆਇਰਮੈਂਟ ਨਹੀਂ ਹੈ। ਸੋ 45 ਪੁਆਇੰਟਸ ਵੀ ਅਗਰ ਤੁਹਾਡੇ ਕੋਲ ਫੈਡਰਲ ਸਕਿੱਲ ਪੁਆਇੰਟ ਸਿਸਟਮ ਦੇ ਅੰਡਰ ਅਗਰ ਤੁਹਾਡੇ ਕੋਲ 100 ਆਊਟ ਆਫ 45 ਪੁਆਇੰਟਸ ਵੀ ਹਨ, ਸੋ ਵਿਦ 5 ਈਅਰ ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ, ਵਿਦ 5 ਈਅਰਸ ਤੁਸੀਂ ਉਹ ਪੁਆਇੰਟਸ ਅਚੀਵ ਕਰਕੇ ਐਲੀਜੀਬਲ ਹੋ ਸਕਦੇ ਹੋ ਇਸ ਕੈਟਾਗਰੀ ਦੇ ਲਈ। ਸੋ ਬੇਸਿਕਲੀ ਇਸ ਕੈਟਾਗਰੀ ਦੇ ਅੰਡਰ ਕੋਚ ਆ ਜਾਂਦੇ ਹਨ, डिफरेंट स्पोर्ट्स ਨੂੰ ਜਿਹੜੇ ਕੋਚਿੰਗ ਕਰਦੇ ਹਨ, ਸਪੋਰਟਸ ਪਰਸਨ ਆ ਜਾਂਦੇ ਹਨ, ਸਿੰਗਰਸ, ਪ੍ਰੋਡਿਊਸਰਸ, ਫਿਲਮ ਮੇਕਰਸ, ਆਰਟਿਸਟਸ ਆ ਜਾਂਦੇ ਹਨ। ਇਸ ਤੋਂ ਇਲਾਵਾ ਡਿਫਰੈਂਟ ਹੋਰ ਕੈਟਾਗਰੀਜ਼ ਹਨ ਜਿਹੜੀਆਂ ਕਿ ਇਸ ਕੈਟਾਗਰੀ ਦੇ ਅੰਡਰ ਆ ਜਾਂਦੀਆਂ ਹਨ। ਇਸ ਤੋਂ ਇਲਾਵਾ ਇੰਟਰਾ ਕੰਪਨੀ ਟ੍ਰਾਂਸਫਰ ਦੇ ਲਈ ਵੀ ਅਗਰ ਅਸੀਂ ਐਪਲੀਕੇਸ਼ਨ ਸਬਮਿਟ ਕਰਦੇ ਹਾਂ ਤਾਂ ਉਹਦੇ ਲਈ ਸਾਨੂੰ LMIA ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਸੋ ਯੂ ਆਰ ਕਮਿੰਗ ਟੂ ਕੈਨੇਡਾ ਫॉर ਅ ਪੇਰੈਂਟ ਕੰਪਨੀ। ਤੁਸੀਂ ਕੈਨੇਡਾ ਦੇ ਵਿੱਚ ਆਪਣੀ ਪੇਰੈਂਟ ਕੰਪਨੀ ਦੇ ਲਈ ਟ੍ਰਾਂਸਫਰ ਹੋ ਰਹੇ ਹੋ। ਸੋ ਵਰਕ ਪਰਮਿਟ ਤੇ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਆ ਸਕਦੇ ਹੋ ਸਪੈਸੀਫਿਕ ਟਾਈਮ ਦੇ ਲਈ। ਦ ਨੈਕਸਟ ਵਨ ਇਜ਼ PNP ਬੇਸਡ ਜਿਹੜੀਆਂ ਕੈਟਾਗਰੀਜ਼ ਹਨ, ਇੰਟਰਪ੍ਰੀਨਿਓਰਸ਼ਿਪ, ਜਿਹੜੀ ਕਿ ਜਿਹਦੇ ਵਿੱਚ ਕਿ ਹਰ ਪ੍ਰੋਵਿੰਸ ਦੀਆਂ ਇਨਵੈਸਟਮੈਂਟ ਵਾਈਜ਼ ਜਿਹੜੀਆਂ ਡਿਫਰੈਂਟ ਰਿਕੁਆਇਰਮੈਂਟਸ ਹਨ, ਸਕਿੱਲ ਜਿਹੜੀ ਐਕਸਪੀਰੀਅੰਸ ਵੀ ਜਿਹੜਾ ਹੈ ਪ੍ਰੀਵੀਅਸ that varies from 1 to 2 years। net worth ਤੇ based ਹੈ ਇਹ ਕੈਟਾਗਰੀ। ਸੋ ਯੂ ਡੋਂਟ ਨੀਡ ਐਨੀ LMIA। ਤੁਸੀਂ ਇੰਟਰਪ੍ਰੀਨਿਓਰ ਕੈਟਾਗਰੀ ਦੇ ਅੰਡਰ ਸਪੈਸੀਫਿਕ ਜਿਹੜੀ ਇਨਵੈਸਟਮੈਂਟ ਹੈ ਉਹਦੀਆਂ ਰਿਕੁਆਇਰਮੈਂਟਸ ਨੂੰ ਮੀਟ ਕਰਕੇ ਕੈਨੇਡਾ ਦੇ ਵਿੱਚ ਐਜ਼ ਅ ਇੰਟਰਪ੍ਰੀਨਿਓਰ ਐਂਟਰ ਕਰ ਸਕਦੇ ਹੋ। ਅਨਦਰ ਕੈਟਾਗਰੀ ਫॉर ਚੈਰੀਟੇਬਲ ਵਰਕਰਸ ਜਾਂ ਫਿਰ ਰਿਲੀਜੀਅਸ ਵਰਕਰਸ। ਸੋ ਚੈਰੀਟੇਬਲ ਵਰਕਰਸ ਜਿਹੜੇ ਕਿ ਹੈ ਸਾਡੀ ਸੋਸ਼ਲ ਲਿਵਿੰਗ ਨੂੰ ਅਪਗ੍ਰੇਡ ਕਰਨ ਦੇ ਲਈ ਵਰਕਿੰਗ ਕਰਦੇ ਹਨ, ਪਾਵਰਟੀ ਨੂੰ, ਗਰੀਬੀ ਨੂੰ, ਜਾਂ ਫਿਰ ਐਜੂਕੇਸ਼ਨ ਪ੍ਰਮੋਸ਼ਨ ਜਾਂ ਜੋਬ ਕ੍ਰੀਏਸ਼ਨਸ ਕਰਦੇ ਹਨ, ਇੰਪਲੋਇਮੈਂਟ ਅਪਰਚੁਨਿਟੀਜ਼ ਕ੍ਰੀਏਟ ਕਰਦੇ ਹਨ। ਰਿਲੀਜੀਅਸ ਵਰਕਰਸ ਜਿਹੜੇ ਕਿ ਡਿਫਰੈਂਟ ਰਿਲੀਜਨਸ ਦੀ ਨੋਰਮਸ ਨੂੰ ਸਪਰੈਡ ਕਰਦੇ ਹਨ। ਸੋ ਇਸ ਵਰਕ ਪਰਮਿਟ ਦੇ ਲਈ ਡੈਫੀਨੇਟਲੀ ਤੁਹਾਨੂੰ ਵਰਕ ਪਰਮਿਟ ਦੀ ਰਿਕੁਆਇਰਮੈਂਟ ਹੈ, ਬਟ ਯੂ ਕੈਨ ਆਲਸੋ ਕਮ ਟੂ ਕੈਨੇਡਾ ਵਿਦ ਐਨ LMIA ਐਗਜ਼ੈਂਪਟ ਵਰਕ ਪਰਮਿਟ। ਸੋ ਇਹ ਕੁਝ ਡਿਫਰੈਂਟ ਕੈਟਾਗਰੀਜ਼ ਹਨ ਜਿਹਦੇ ਅੰਦਰ ਤੁਹਾਨੂੰ LMIA ਦੀ ਰਿਕੁਆਇਰਮੈਂਟ ਨਹੀਂ ਹੈ, ਬਟ ਸਟਿਲ ਯੂ ਕੈਨ ਕਮ ਟੂ ਕੈਨੇਡਾ ਬੇਸਡ ਔਨ ਯੂਅਰ ਸਕਿੱਲਸ। ਤੁਹਾਡੀਆਂ ਜਿਹੜੀਆਂ ਸਕਿੱਲਸ ਹਨ, ਤੁਹਾਡੇ ਐਕਸਪੀਰੀਅੰਸ ਜਿਹੜੇ ਹਨ, ਕੈਟਾਗਰੀ ਦੀਆਂ ਐਲੀਜੀਬਿਲਿਟੀ ਰਿਕੁਆਇਰਮੈਂਟਸ ਨੂੰ ਮੀਟ ਕਰਕੇ ਤੁਸੀਂ ਇਹਨਾਂ ਕਿਸੇ ਵੀ ਕੈਟਾਗਰੀ ਦੇ ਲਈ ਐਲੀਜੀਬਲ ਹੋ ਸਕਦੇ ਹੋ ਐਂਡ ਵਰਕ ਪਰਮਿਟਸ ਤੇ ਕੈਨੇਡਾ ਦੇ ਵਿੱਚ ਆ ਸਕਦੇ ਹੋ ਵਿਦਆਊਟ LMIA। ਅਸੀਂ ਗੱਲ ਕਰਾਂਗੇ ਰੈਸੀਪ੍ਰੋਕਲ ਇੰਪਲੋਇਮੈਂਟ ਦੇ ਬਾਰੇ, ਜਿਸ ਦੇ ਅੰਡਰ ਕਿ ਇੰਟਰਨੈਸ਼ਨਲ ਐਗਰੀਮੈਂਟਸ ਆ ਜਾਂਦੇ ਹਨ, ਜਿਸ ਤਰ੍ਹਾਂ ਕਿ ਕਸਮਾ, US, ਕੈਨੇਡਾ ਐਂਡ ਮੈਕਸੀਕੋ ਦੇ ਐਗਰੀਮੈਂਟ ਦੇ ਅੰਡਰ ਜਿਹੜਾ ਕਿ 2020 ਦੇ ਵਿੱਚ ਨਾਫਟਾ ਨੂੰ ਰਿਪਲੇਸ ਕਰਕੇ ਰੀਫਾਰਮ ਕੀਤਾ ਗਿਆ ਸੀ। ਸੋ ਇਸ ਐਗਰੀਮੈਂਟ ਦੇ ਅਕੋਰਡਿੰਗ ਜਿਹੜੇ ਕੈਨੇਡੀਅਨ ਸਿਟੀਜ਼ਨ ਹਨ ਉਹ ਵੀ ਮੈਕਸੀਕੋ ਔਰ US ਦੇ ਵਿੱਚ ਵਰਕ ਕਰਨ ਦੇ ਲਈ ਜਾ ਸਕਦੇ ਹਨ। ਸੇਮ ਲਾਈਕ ਦੇ ਕੈਨ ਟ੍ਰਾਂਸਫਰ ਟੂ ਹੇਅਰ ਇਨ ਕੈਨੇਡਾ ਟੂ ਪ੍ਰੋਵਾਈਡ ਦੇਅਰ ਸਕਿੱਲਸ ਐਂਡ ਜਿਹੜੀਆਂ ਵੀ ਉਹਨਾਂ ਦੀਆਂ ਅਚੀਵਮੈਂਟਸ ਹਨ ਉਹਨਾਂ ਨੂੰ ਟ੍ਰਾਂਜੀਸ਼ਨ ਕਰਨ ਦੇ ਲਈ। ਅਨਦਰ ਜਿਹੜੀ ਕੈਟਾਗਰੀ ਹੈ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਕੈਟਾਗਰੀ ਦੇ ਅੰਡਰ ਆ ਜਾਂਦੀ ਹੈ, ਜਿਹਦੇ ਵਿੱਚ ਵਰਕਿੰਗ ਹੋਲੀਡੇ ਵੀਜ਼ਾਸ ਦੇ ਅੰਦਰ ਵਰਕ ਕਰ ਸਕਦੇ ਹਨ ਆਲਮੋਸਟ 20 ਡਿਫਰੈਂਟ ਕੰਟਰੀਜ਼ ਤੋਂ ਕੰਟਰੀਜ਼ ਇਨ ਐਕਸਚੇਂਜ ਟੂ ਡਿਫਰੈਂਟ ਕੰਟਰੀਜ਼। ਸੋ ਇਸ ਤੋਂ ਨੈਕਸਟ ਜਿਹੜੀ ਕੈਟਾਗਰੀ ਹੈ ਉਹਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਆ ਜਾਂਦੇ ਹਨ। ਅਗਰ ਤੁਸੀਂ ਕੈਨੇਡੀਅਨ ਪੋਸਟ ਸੈਕੰਡਰੀ ਇੰਸਟੀਟਿਊਸ਼ਨ ਤੋਂ ਆਪਣੀ 2 ਇਅਰਸ ਦਾ ਡਿਪਲੋਮਾ ਔਰ ਬੇਸਡ ਔਨ ਯੂਅਰ ਜਿਹੜੀ ਵੀ ਡਿਊਰੇਸ਼ਨ ਆਫ ਸਟੱਡੀ ਹੈ ਅਪਰੂਵਡ DLI ਤੋਂ ਤੁਸੀਂ ਅਗਰ ਕੰਪਲੀਟ ਕੀਤੀ ਹੈ ਤਾਂ ਤੁਸੀਂ ਉਸ ਸਟੱਡੀ ਦੇ ਬੇਸਡ ਦੇ ਉੱਤੇ ਆਪਣੀ ਜਿਹੜਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਦੈਟ ਇਜ਼ ਐਨ ਓਪਨ ਵਰਕ ਪਰਮਿਟ। ਸੋ ਇਟਸ ਨਾਟ ਨੈਸੈਸਰੀ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਦੇ ਲਈ ਤੁਸੀਂ ਕੈਨੇਡਾ ਦੇ ਵਿੱਚ ਹੀ ਹੋਣੇ ਚਾਹੀਦੇ ਹੋ। ਸੋ ਯੂ ਕੈਨ ਆਲਸੋ ਅਪਲਾਈ ਫਰੋਮ ਆਊਟਸਾਈਡ ਕੈਨੇਡਾ, ਬਟ ਇਟ ਆਲਸੋ ਬੇਸਡ ਔਨ ਕਿ ਤੁਸੀਂ ਆਪਣੀ ਜਿਹੜੀ ਸਟੱਡੀ ਕੰਪਲੀਟ ਕੀਤੀ ਹੈ ਉਹਦੇ ਕੰਪਲੀਟ ਕਰਨ ਤੋਂ ਸਪੈਸੀਫਿਕ ਡਿਊਰੇਸ਼ਨ ਦੇ ਵਿਦਿਨ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਐਪਲੀਕੇਸ਼ਨ ਸਬਮਿਟ ਕਰਨੀ ਹੁੰਦੀ ਹੈ।